करप्शन मामले ਦੇ ਵਿੱਚ ਵਿਜੀਲੈਂਸ ਦਾ ਇੱਕ ਹੋਰ ਵੱਡਾ ਐਕਸ਼ਨ ਹੈ। ਪੰਜਾਬ ਦੇ ਆਈਐਫਐਸ ਅਫਸਰ ਵਿਸ਼ਾਲ ਚੌਹਾਨ ਨੂੰ ਕੀਤਾ ਗ੍ਰਿਫਤਾਰ। 1 ਕਰੋੜ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਪਹਿਲਾਂ ਤੋਂ ਗ੍ਰਿਫਤਾਰ ਡੀਐਫਓ ਤੇ ਠੇਕੇਦਾਰ ਦੇ ਬਿਆਨਾਂ ਦੇ ਆਧਾਰ ਤੇ ਹੋਈ ਕਾਰਵਾਈ। ਭ੍ਰਿਸ਼ਟਾਚਾਰ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਡੀਐਸਪੀ ਲਖਵੀਰ ਸਿੰਘ ਦਾ ਮਾਮਲਾ ਵਿਜੀਲੈਂਸ ਨੂੰ ਟ੍ਰਾਂਸਫਰ। ਤਰਨਤਾਰਨ ਪੁਲਿਸ ਨੇ ਕੀਤਾ ਗ੍ਰਿਫਤਾਰ। ਡਰੱਗ ਸਪਲਾਈ ਦਾ ਮਾਮਲਾ ਰਫਾ ਦਫਾ ਕਰਨ ਦੇ ਲਈ 10 ਲੱਖ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ। ਬੇਅਦਬੀ ਕੇਸ ਦਾ ਪਹਿਲਾ ਫੈਸਲਾ ਆਉਣ ਦੇ ਨਾਲ ਸ਼ੁਰੂ ਹੋਈ ਕ੍ਰੈਡਿਟ ਵਾਰ। ਹਰਪਾਲ ਚੀਮਾ ਬੋਲੇ ਸਾਡੀ ਸਰਕਾਰ ਨੇ ਦਿਵਾਇਆ ਇਨਸਾਫ। ਅਕਾਲੀ ਦਲ ਦਾ ਦਾਅਵਾ ਬਾਦਲ ਸਰਕਾਰ ਦੀ ਐਸਆਈਟੀ ਦੀ ਰਿਪੋਰਟ ਦੇ ਆਧਾਰ ਤੇ ਹੋਇਆ ਫੈਸਲਾ ਤਾਂ ਕਾਂਗਰਸੀਆਂ ਦਾ ਤਰਕ ਸਾਡੀ ਸਰਕਾਰ ਵੇਲੇ ਪੇਸ਼ ਹੋਇਆ ਸੀ ਚਲਾਨ। ਬੇਅਦਬੀ ਕੇਸ ਦੇ ਵਿੱਚ 3-3 ਸਾਲ ਦੀ ਸਜ਼ਾ ਨੂੰ ਬੀਜੇਪੀ ਨੇ ਦੱਸਿਆ ਨਾ ਕਾਫੀ। ਸਿਰਸਾ ਬੋਲੇ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਸੀ ਉਮਰ ਕੈਦ ਦਾ ਕਾਨੂੰਨ, ਫਿਰ ਕਿਉਂ ਮੁਲਜ਼ਮਾਂ ਨੂੰ ਬਚਾ ਰਹੀ ਸਰਕਾਰ। ਆਪ ਦਾ ਪਲਟਵਾਰ। 2018 ਤੋਂ ਕੇਂਦਰ ਨੇ ਪੰਜਾਬ ਦੇ ਬਿੱਲ ਤੇ ਨਹੀਂ ਲਿਆ ਫੈਸਲਾ। ਡੀਜੀਪੀ ਗੌਰਵ ਯਾਦਵ ਦੀ ਪਟਿਆਲਾ ਦੇ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਬੈਠਕ ਕਿਹਾ ਗੈਂਗਸਟਰਵਾਦ ਨੂੰ ਜੜੋਂ ਖਤਮ ਕਰਨਾ ਸਾਡੀ ਪਹਿਲ ਹੈ। ਸੋਸ਼ਲ ਮੀਡੀਆ ਦੀ ਮੋਨੀਟਰਿੰਗ ਕਰਨ ਦੇ ਵੀ ਦਿੱਤੇ ਹੁਕਮ। ਲੋਕ ਮੁੱਦਿਆਂ ਨੂੰ ਲੈ ਕੇ ਸਲਾਹਕਾਰ ਕਮੇਟੀ ਬਣਾਏਗੀ। ਪੰਜਾਬ ਸਰਕਾਰ ਚੇਅਰਮੈਨ ਅਤੇ ਮੈਂਬਰਾਂ ਦੇ ਨਾਂ ਦਾ ਜਲਦ ਹੋਏਗਾ ਐਲਾਨ। ਸਰਕਾਰ ਨੂੰ ਜਨਤਕ ਮਹੱਤਵ ਵਾਲੇ ਮੁੱਦਿਆਂ ਤੇ ਸਲਾਹ ਦੇਵੇਗੀ ਕਮੇਟੀ। ਆਪ ਦੇ ਰਾਜ ਸਭਾ ਸਾਂਸਦ ਅਤੇ ਐਨਜੀਟੀ ਮੋਨੀਟਰਿੰਗ ਕਮੇਟੀ ਮੈਂਬਰ ਸੰਤ ਸੀਚੇਵਾਲ ਦਾ ਵੱਡਾ ਬਿਆਨ। ਵਿਕਾਸ ਦੇ ਨਾਂ ਤੇ ਨਹੀਂ ਉਜੜਨ ਦੇਵਾਂਗੇ ਮੱਤੇਵਾੜਾ ਜੰਗਲ। ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਚੁੱਕਾਂਗੇ ਮਸਲਾ। ਗੁਰਦਾਸਪੁਰ ਦੇ ਵਿੱਚ ਕਬੱਡੀ ਖਿਡਾਰੀਆਂ ਵਿਚਾਲੇ ਹੋਈ ਤਕਰਾਰ। ਇੱਕ ਨੇ ਦੂਜੇ ਖਿਡਾਰੀ ਦੇ ਘਰ ਜਾ ਕੇ ਕੀਤੀ ਫਾਇਰਿੰਗ। ਇੱਕ ਜ਼ਖਮੀ। ਪੁਲਿਸ ਨੇ 6 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ। ਤਰਨਤਾਰਨ ਪੁਲਿਸ ਨੇ ਟੈਕਸੀ ਡਰਾਈਵਰ ਦੇ ਕਤਲ ਦੀ ਸੁਲਝਾਈ ਗੁੱਥੀ। ਪਤਨੀ ਨੇ ਪ੍ਰੇਮੀ ਦੇ ਨਾਲ ਕਰਾਇਆ ਸੀ ਵਿਆਹ। ਪਤਨੀ ਦੇ ਪ੍ਰੇਮੀ ਨੇ ਕਰਵਾਇਆ ਸੀ ਕਤਲ। ਮੁੱਖ ਮੁਲਜ਼ਮ ਗ੍ਰਿਫਤਾਰ। ਉੱਤਰਾਖੰਡ ਦੇ ਵਿੱਚ ਰਚੀ ਗਈ ਸੀ ਪੂਰੀ ਸਾਜ਼ਿਸ਼। ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ ਪੰਜਾਬ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਉਮੀਦ ਹੈ ਤੁਸੀਂ ਸਾਰੇ ਖੈਰਿਅਤ ਦੇ ਨਾਲ ਹੋਵੋਗੇ। ਖਬਰਾਂ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਤੋਂ। ਭ੍ਰਿਸ਼ਟਾਚਾਰ ਦੇ ਇਲਜ਼ਾਮ ਦੇ ਵਿੱਚ ਆਈਐਫਐਸ ਅਫਸਰ ਗ੍ਰਿਫਤਾਰ ਹੋਇਆ ਹੈ। ਵਿਜੀਲੈਂਸ ਨੇ ਵਿਸ਼ਾਲ ਚੌਹਾਨ ਨੂੰ ਗ੍ਰਿਫਤਾਰ ਕੀਤਾ ਹੈ। ਕੋਲੋਨਾਈਜ਼ਰ ਦਵਿੰਦਰ ਸੰਧੂ ਤੋਂ 1 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ ਔਰ ਗ੍ਰਿਫਤਾਰ ਡੀਐਫਓ ਤੇ ਠੇਕੇਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ। ਦੱਸੀ ਕਿ ਅੱਜ ਮੋਹਾਲੀ ਕੋਰਟ ਦੇ ਵਿੱਚ ਪੇਸ਼ੀ ਹੋਏਗੀ ਔਰ ਆਈਐਫਐਸ ਵਿਸ਼ਾਲ ਚੌਹਾਨ ਫੋਰੈਸਟ ਕੰਜ਼ਰਵੇਟਰ ਅਹੁਦੇ ਤੇ ਤੈਨਾਤ ਸੀ। ਦਰਅਸਲ ਮੋਹਾਲੀ ਦਾ ਡੀਐਫਓ ਗੁਰਮਨਪ੍ਰੀਤ ਅਤੇ ਠੇਕੇਦਾਰ ਹਰਮੋਹਿੰਦਰ ਸਿੰਘ ਪਹਿਲਾਂ ਤੋਂ ਹੀ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਗ੍ਰਿਫਤਾਰ ਨੇ ਔਰ ਦੋਹਾਂ ਤੋਂ ਹੋਈ ਪੁੱਛਗਿੱਛ ਦੇ ਆਧਾਰ ਤੇ ਹੀ ਵਿਸ਼ਾਲ ਚੌਹਾਨ ਦੀ ਗ੍ਰਿਫਤਾਰੀ ਹੋਈ ਹੈ। ਵਿਜੀਲੈਂਸ ਦੇ ਮੁਤਾਬਿਕ ਦਵਿੰਦਰ ਸੰਧੂ ਦੀ ਚੰਡੀਗੜ੍ਹ ਦੇ ਨਾਲ ਲੱਗਦੀ ਪਿੰਡ ਮਸੌਲ ਅਤੇ ਟਾਂਡਾ ਦੇ ਵਿੱਚ ਕਰੀਬ 100 ਏਕੜ ਜ਼ਮੀਨ ਹੈ ਔਰ ਇਹ ਜ਼ਮੀਨ ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ। ਤਾਂ 24 ਅਪ੍ਰੈਲ ਨੂੰ ਰੇਂਜ ਅਫਸਰ ਰਣਜੋਤ ਸਿੰਘ ਵੱਲੋਂ ਦਵਿੰਦਰ ਸੰਧੂ ਦੇ ਪਿਤਾ ਕਰਨਲ ਬਲਜੀਤ ਸੰਧੂ ਦੇ ਖਿਲਾਫ ਜੰਗਲ ਦੇ ਇਲਾਕੇ ਦੇ ਵਿੱਚ ਦਰਖਤ ਕੱਟਣ ਦਾ ਇਲਜ਼ਾਮ ਲਗਾਉਂਦਿਆਂ ਨਿਆ ਗਰਾਊਂਡ ਦੇ ਵਿੱਚ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਔਰ ਵਿਸ਼ਾਲ ਚੌਹਾਨ ਨੂੰ गिरफ्तार किया गया है। फोन लाइन से ने मनोज राठी पत्रकार। मनोज की कुछ जानकारी है क्योंकि ये मसला कह सकते हैं कि अगे तो अगे बढ़ता जा रहा है और पूरी गुत्थी किते ना किते सूरज दी नजर आ रही है। बिल्कुल गुरजोत जिदा पहला एक मामला दर्ज होया सीगा FIR नंबर 6 ਇਹਦੇ ਵਿੱਚ ਗੁਰਮਨਜੀਤ ਸਿੰਘ DFO ਤੇ ਉਹਦਾ ਜਿਹੜਾ ਸਾਥੀ ਹੈ ਠੇਕੇਦਾਰ ਹਾਮੀ ਉਹਨੂੰ ਗ੍ਰਿਫਤਾਰ ਕੀਤਾ ਸੀਗਾ। ਇੱਕ ਦਵਿੰਦਰ ਸੰਧੂ ਦੇ ਨਾਂ ਤੇ ਇੱਕ ਕੰਪਲੇਂਟ ਹੋਈ ਸੀ, ਇੱਕ ਐਂਟੀ ਕਰਪਸ਼ਨ ਸੈੱਲ ਨੂੰ ਕੰਪਲੇਂਟ ਹੋਈ ਸੀ ਤੇ ਵੀਡੀਓ ਇੱਕ ਰਿਸ਼ਵਤ ਮੰਗਦੇ ਹੋਏ ਦੀ 2 ਲੱਖ ਦੀ ਰਿਸ਼ਵਤ ਮੰਗਦੇ ਹੋਏ ਦੀ ਇੱਕ ਵੀਡੀਓ ਜਿਹੜੀ ਹੈ ਉਹ ਐਂਟੀ ਕਰਪਸ਼ਨ ਸੈੱਲ ਨੂੰ ਸੰਧੂ ਨੇ ਦਿੱਤੀ ਸੀਗੀ ਤੇ ਉਹਦੀ ਕਾਰਵਾਈ ਤੇ ਹੁਣ ਕੜੀ ਦਰ ਕੜੀ ਕਈ ਚੀਜ਼ਾਂ ਜੁੜਦੀ ਨਜ਼ਰ ਆ ਰਹੀ ਹੈ। ਤੇ ਕੱਲ ਜਿਹੜਾ ਕੰਜ਼ਰਵੇਟਰ ਫੋਰੈਸਟ ਹੈ ਮਿਸਟਰ ਵਿਸ਼ਾਲ ਚੌਹਾਨ ਉਹਨਾਂ ਨੂੰ ਕੱਲ ਬੁਲਾਇਆ ਗਿਆ ਸੀਗਾ ਪੁੱਛਗਿੱਛ ਵਾਸਤੇ, ਲੇਕਿਨ ਉਹਨਾਂ ਨੂੰ ਬਿਠਾ ਲਿਆ ਗਿਆ। 3-4 ਘੰਟੇ ਉਹਨਾਂ ਤੋਂ ਪੁੱਛਗਿੱਛ ਤੋਂ ਬਾਅਦ ਕਈ ਵਿਜੀਲੈਂਸ ਜਿਹੜੇ ਅਧਿਕਾਰੀ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਕਈ ਜਿਹੜੇ ਹੈਗੇ ਉਹਨਾਂ ਕੋਲੋਂ ਪ੍ਰੂਫ ਹੈ ਕਿ ਕੰਜ਼ਰਵੇਟਰ ਆਫ ਫੋਰੈਸਟ ਜਿਹੜਾ ਵਿਸ਼ਾਲ ਚੌਹਾਨ ਹੈ ਉਹ ਵੀ ਇਸ ਰਿਸ਼ਵਤ ਦੇ ਖੇਲ 'ਚ ਸ਼ਾਮਿਲ ਹੈ। ਇਸ ਕਰਕੇ ਉਹਦੀ ਕੱਲ ਦੇਰ ਸ਼ਾਮ ਅਰੈਸਟ ਜਿਹੜੀ ਹੈ ਉਹ ਪਾ ਦਿੱਤੀ ਗਈ। ਹਾਲਾਂਕਿ ਇਸ ਤੋਂ ਇਲਾਵਾ ਜੀ ਗੁਰਜੋਤ ਹੋਰ ਵੀ ਕਈ ਕਹਿ ਸਕਦੇ ਕਿ ਹੋਰ ਵੀ ਕਈ ਲੋਕ ਇਸ ਪੂਰੇ ਮਾਮਲੇ 'ਚ ਇਨਵੋਲਵ ਨੇ ਜਿਨ੍ਹਾਂ ਦੇ ਖਿਲਾਫ ਹੁਣ ਕਾਰਵਾਈ ਜਿਹੜੀ ਹੈ ਉਹ ਵਿਜੀਲੈਂਸ ਗੱਲ ਕਰ ਰਹੀ ਹੈ। ਹਾਲਾਂਕਿ ਕੱਲ ਸ਼ਾਮ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਏਗਾ ਤੇ ਹੁਣ ਹੋਰ ਵੀ ਜਿਹੜੀ ਪੁੱਛਗਿੱਛ ਹੈ ਲਗਾਤਾਰ ਜਾਰੀ ਹੈ। ਹੋਰ ਵੀ ਜਿਹੜੇ ਕੰਜ਼ਰਵੇਟਰ ਫੋਰੈਸਟ ਨੇ ਉਹਨਾਂ ਨਾਲ ਵੀ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਜੀ ਬਿਲਕੁਲ, ਸੋ ਕੜੀ ਦਰ ਕੜੀ ਜਿਹੜੀ ਹੈ ਸੁਲਝਦੀ ਨਜ਼ਰ ਆ ਰਹੀ ਹੈ। ਤਾਂ ਫਿਲਹਾਲ ਸ਼ੁਕਰੀਆ ਮਨੋਜ तमाम ਜਾਣਕਾਰੀ ਦੇ ਲਈ। ਔਰ ਜਿਸ ਤਰ੍ਹਾਂ ਦੇ ਨਾਲ ਮਨੋਜ ਵੀ ਜ਼ਿਕਰ ਕਰ ਰਹੇ ਸੀਗੇ ਕਿ ਇਸ ਤੋਂ ਬਾਅਦ ਕਈ ਹੋਰ ਲੋਕ ਨੇ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਸਕਦੇ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ।
ਤਾਂ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਔਰ ਮਾਮਲੇ ਦੇ ਵਿੱਚ ਗ੍ਰਿਫਤਾਰ ਡੀਐਸਪੀ ਕੇਸ ਦੀ ਵਿਜੀਲੈਂਸ ਜਾਂਚ ਕਰੇਗੀ। ਪੰਜਾਬ ਪੁਲਿਸ ਨੇ ਦੱਸਿਆ ਕਿ ਵਿਜੀਲੈਂਸ ਨੂੰ ਇਹ ਕੇਸ ਸੌਂਪਿਆ ਔਰ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਫਰੀਦਕੋਟ ਦੇ ਡੀਐਸਪੀ ਲਖਵੀਰ ਸਿੰਘ ਨੇ ਗ੍ਰਿਫਤਾਰ ਔਰ ਕੋਰਟ ਨੇ 20 ਜੁਲਾਈ ਤੱਕ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਹੋਇਆ ਜੇਲ੍ਹ। ਦੱਸਿਆ ਕਿ ਪੁਲਿਸ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀ। ਡੀਐਸਪੀ ਲਖਵੀਰ ਤੇ 10 ਲੱਖ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਹੈ। ਨਸ਼ਾ ਤਸਕਰ ਤੋਂ ਰਿਸ਼ਵਤ ਮੰਗੀ ਗਈ ਸੀ ਜੋ ਇਲਜ਼ਾਮ ਨੇ ਐਨਡੀਪੀਐਸ ਦੇ ਐਕਟ ਤਹਿਤ ਦਰਜ ਕੇਸ ਤੋਂ ਬਾਹਰ ਰੱਖਣ ਦੇ ਲਈ ਰਿਸ਼ਵਤ ਜਿਹੜੀ ਹੈ ਉਹ ਮੰਗੀ ਗਈ ਸੀ। ਕਿਤੇ ਨਾ ਕਿਤੇ ਨਸ਼ੇ ਦਾ ਵੱਡਾ ਨੈਕਸਸ ਜਿਸ ਨੂੰ ਤੋੜਨ ਦੇ ਲਈ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਨੇ, ਪਰ ਉੱਥੇ ਹੀ ਇਸ ਤਰ੍ਹਾਂ ਦੇ ਕੁਝ ਮਾਮਲੇ ਆਉਂਦੇ ਨੇ ਜਦੋਂ ਕੇਸ ਰਫਾ ਦਫਾ ਕਰਨ ਦੇ ਲਈ ਰਿਸ਼ਵਤ ਮੰਗ ਲਈ ਜਾਂਦੀ ਹੈ ਤਾਂ ਸਿੱਧੇ ਤੌਰ ਤੇ ਫਿਰ ਉਹ ਲੋਕ ਸ਼ਰੇਆਮ ਘੁੰਮਦੇ ਨੇ ਤਾਂ ਵੱਡਾ ਜ਼ੁਰਮ ਇਸ ਨੂੰ ਮੰਨਿਆ ਜਾ ਸਕਦਾ ਹੈ। ਭ੍ਰਿਸ਼ਟਾਚਾਰ ਦਾ ਇਹ ਮਾਮਲਾ ਜਿਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਡੀਐਸਪੀ ਕੇਸ ਦੀ ਵਿਜੀਲੈਂਸ ਹੁਣ ਜਾਂਚ ਕਰੇਗੀ। ਉਹਨਾਂ ਦੇ ਵੱਲੋਂ ਪੂਰੀ ਜਾਂਚ ਕੀਤੀ ਜਾਏਗੀ ਕਿੰਨਾ ਪੈਸਾ ਹੈ ਕੀ ਹੈ, ਕਿਉਂਕਿ ਸਾਰਾ ਵਿਜੀਲੈਂਸ ਦੇ ਵੱਲੋਂ ਖੰਗਾਲਿਆ ਜਾਏਗਾ ਔਰ ਪੂਰਨ ਤੌਰ ਤੇ ਇਸ ਘੁਟਾਲੇ ਨੂੰ ਲੈ ਕੇ ਪੁੱਛ ਪੜਤਾਲ ਜਿਹੜੀ ਹੈ ਹੁਣ ਹੋਏਗੀ। ਸਿੱਧੇ ਤੌਰ ਤੇ ਦੱਸੀਏ ਕਿ ਡੀਐਸਪੀ ਲਖਵੀਰ ਸਿੰਘ ਗ੍ਰਿਫਤਾਰ ਪਹਿਲਾਂ ਤੋਂ ਨੇ ਔਰ 20 ਜੁਲਾਈ ਤੱਕ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਹੋਇਆ ਹੈ ਜੇਲ੍ਹ ਦੇ ਵਿੱਚ ਨੇ। ਸੋ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਹਿਲਾਂ, ਪਰ ਹੁਣ ਨਸ਼ਾ ਤਸਕਰ ਤੋਂ ਇਹ ਜੋ ਰਿਸ਼ਵਤ ਮੰਗਣ ਦੇ ਇਲਜ਼ਾਮ ਨੇ ਸੋ ਉਸ ਮਾਮਲੇ ਨੂੰ ਲੈ ਕੇ ਕਾਰਵਾਈ ਹੋਣੀ ਹੈ। ਤਾਂ ਉਧਰ ਮਲਕੇ ਬੇਅਦਬੀ ਕੇਸ ਦੇ ਫੈਸਲੇ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ। ਬੀਜੇਪੀ ਨੇ 3-3 ਸਾਲ ਦੀ ਸਜ਼ਾ ਨੂੰ ਨਾਕਾਫੀ ਦੱਸਿਆ ਔਰ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਮਰ ਕੈਦ ਦਾ ਜਿਹੜਾ ਮਤਾ ਹੈ ਉਹ ਪਾਸ ਹੋਇਆ ਔਰ ਕਾਨੂੰਨ ਪਾਸ ਹੋਇਆ ਨਾ ਸਿਰਫ ਮਤਾ ਬਲਕਿ ਕਾਨੂੰਨ ਪਾਸ ਹੋਇਆ। ਮਨਜਿੰਦਰ ਸਿਰਸਾ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਔਰ ਮੁਲਜ਼ਮਾਂ ਨੂੰ ਬਚਾ ਰਹੀ ਹੈ ਸਰਕਾਰ, ਇਹ ਵੀ ਉਹਨਾਂ ਨੇ ਇਲਜ਼ਾਮ ਲਗਾਏ ਨੇ। ਔਰ ਉਧਰ ਦੂਸਰੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਮੌਜੂਦਾ ਸਰਕਾਰ ਦੀ, ਉਹਨਾਂ ਦਾ ਇਹ ਤਰਕ ਹੈ ਬੀਜੇਪੀ ਤੇ ਪਲਟਵਾਰ ਹੈ ਕਿ 2018 ਤੋਂ ਕੇਂਦਰ ਦੇ ਕੋਲ ਜਿਹੜਾ ਬਿੱਲ ਹੈ ਉਹ ਪੈਂਡਿੰਗ ਪਿਆ ਹੈ। ਕਿਉਂ ਫੈਸਲਾ ਨਹੀਂ ਲਿਆ ਜਾ ਰਿਹਾ? ਦਰਅਸਲ ਕੈਪਟਨ ਸਰਕਾਰ ਨੇ ਬੇਅਦਬੀ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਦੇਣ ਦਾ ਮਤਾ ਪਾਸ ਕੀਤਾ ਸੀ ਅਤੇ ਧਾਰਾ 295 ਇਹ ਸੋਧ ਕਰਨ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਨੂੰ ਬਿੱਲ ਭੇਜਿਆ ਸੀਗਾ। ਸੋ ਸੋਧ ਕਰਨ ਦੀ ਮੰਗ ਨੂੰ ਲੈ ਕੇ ਦੱਸਦੀਏ ਕਿ ਇਹ ਬਿੱਲ ਭੇਜਿਆ ਗਿਆ ਸੀ। ਜੇਕਰ ਬੇਅਦਬੀ ਹੁੰਦੀ ਹੈ ਤਾਂ ਉਸ ਕੇਸ ਦੇ ਵਿੱਚ ਜਿਹੜੀ ਉਮਰ ਕੈਦ ਦੀ ਸਜ਼ਾ ਉਹ ਦਿੱਤੀ ਜਾਵੇ। ਇਹ ਕਾਨੂੰਨ ਪਾਸ ਕੀਤਾ ਗਿਆ ਸੀ ਵਿਧਾਨ ਸਭਾ ਦੇ ਵਿੱਚ, ਪਰ ਉਸ ਤੋਂ ਬਾਅਦ ਹੁਣ ਅੱਗੇ ਇਸ ਨੂੰ ਭੇਜ ਦਿੱਤਾ ਗਿਆ ਤਾਂ ਅੱਗੇ ਕੇਂਦਰ ਦੇ ਵੱਲੋਂ ਇਸ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਇਹ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹਨਾਂ ਦਾ ਪਲਟਵਾਰ ਹੈ ਤਾਂ ਬੀਜੇਪੀ ਇਲਜ਼ਾਮ ਲਗਾ ਰਹੀ ਹੈ ਕਿ ਜਾਣਬੁੱਝ ਕੇ ਸਰਕਾਰ ਜਿਹੜੀ ਹੈ ਉਹ ਬਚਾ ਰਹੀ ਹੈ ਮੁਲਜ਼ਮਾਂ ਨੂੰ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਤੇ 3 ਲੋਕਾਂ ਨੂੰ 3-3 ਸਾਲ ਦੀ ਸਜ਼ਾ ਹੋਈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਬਹੁਤ ਢੋਲ ਪਿੱਟ ਰਹੀ ਹੈ ਕਿ ਅਸੀਂ ਬੇਅਦਬੀ ਕਰਨ ਵਾਲੇ ਸਜ਼ਾਵਾਂ ਦਿਵਾਤੀਆਂ, ਜਦੋਂ ਕਿ ਆਮ ਆਦਮੀ ਪਾਰਟੀ ਉਹਨਾਂ ਨਾਲ ਹੱਥ ਰਲਾ ਚੁੱਕੀ ਆ। ਬੇਅਦਬੀ ਕਰਨ ਤੇ ਪੰਜਾਬ ਸਰਕਾਰ ਨੇ ਵਿਧਾਨ ਸਭਾ 'ਚ ਕਾਨੂੰਨ ਪਾਸ ਕੀਤਾ ਉਮਰ ਕੈਦ। ਹਿਰਨ ਮਾਰਨ ਵਾਲੇ ਲੋਕਾਂ ਨੂੰ 5-5 ਸਾਲ ਸਜ਼ਾ ਹੋ ਰਹੀ ਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਤੇ 3 ਸਾਲ ਦੀ ਸਜ਼ਾ। ਆਮ ਆਦਮੀ ਪਾਰਟੀ ਅੱਜ ਉਹਨਾਂ ਬੇਅਦਬੀ ਕਰਨ ਵਾਲੇ ਲੋਕਾਂ ਨਾਲ ਹੱਥ ਮਿਲਾ ਚੁੱਕੀ ਆ। ਆਮ ਆਦਮੀ ਪਾਰਟੀ ਵੋਟਾਂ ਦੀ ਖਾਤਰ ਇਹ ਬੇਈਮਾਨੀ ਕਰਦੇ ਪਈ ਹੈ ਸਿੱਖ ਕੌਮ ਨਾਲ। ਮੈਂ ਅੱਜ ਉਹਨਾਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਜਥੇਬੰਦੀਆਂ ਇਸ ਤੇ ਲੜਾਈ ਲੜਦੇ ਰਹੇ, ਅੱਜ ਤੁਸੀਂ ਚੁੱਪ ਕਿਉਂ ਜੇ? ਕਿਉਂ ਤੁਸੀਂ ਸੈਕਟਰੀ ਦੀ ਜਿਹੜੀ ਰਿਪੋਰਟ ਲੈ ਕੇ ਆਏ ਉਸ ਨੂੰ ਬੰਦ ਕਮਰੇ 'ਚ ਰੱਖ ਦਿੱਤਾ? ਕਿਉਂ ਤੁਸੀਂ ਮਜਬੂਰ ਜੇ ਸਰਕਾਰ ਦੇ ਕੇ ਘੁਟਨੇ ਟੇਕਣ ਨੂੰ? ਕਿਉਂ ਹੁਣ ਜਥੇਬੰਦੀਆਂ ਚੁੱਪ ਕਰਕੇ ਬੈਠੀਆਂ? ਕਿਉਂ ਨਹੀਂ ਰੌਲਾ ਪਾ ਕੇ ਗੱਲ ਕਹਿ ਰਹੀਆਂ ਕਿ 3 ਸਾਲ ਦੀ ਸਜ਼ਾ? ਇਹਨਾਂ ਲੋਕਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਸੀ, ਇਹਨਾਂ ਲੋਕਾਂ ਨੂੰ ਸਾਰੀ ਉਮਰ ਜੇਲ੍ਹਾਂ 'ਚ ਨਿਕਲਣੀ ਚਾਹੀਦੀ ਸੀ ਔਰ 3 ਸਾਲ ਦੀ ਸਜ਼ਾ ਹੋ ਜੇ ਆਮ ਆਦਮੀ ਪਾਰਟੀ ਜਿਹੜੀ ਢੰਡੋਰੇ ਪੁੱਟ ਕੇ ਕਹਿੰਦੀ ਸੀ ਅਸੀਂ ਜੇਲ੍ਹਾਂ ਦੇ ਅੰਦਰ ਲੋਕਾਂ ਨੂੰ ਬੰਦ ਕਰਾਂਗੇ। ਬੜੇ ਸ਼ਰਮ ਦੀ ਗੱਲ ਆ। ਭਗਵੰਤ ਮਾਨ ਜੀ, ਇਹਨਾਂ ਲੋਕਾਂ ਦਾ ਕੇਸ ਦੀ ਟ੍ਰਾਇਲ ਕਰਾਓ ਔਰ ਇਹਨਾਂ ਨੂੰ ਉਮਰ ਕੈਦ ਕਰਾਓ। ਪਹਿਲੀ ਗੱਲ ਤੇ ਮੈਂ ਦੱਸਣਾ ਚਾਹੁੰਦਾ ਹਾਂ ਵੀ ਅੰਡਰ ਸੈਕਸ਼ਨ 295 ਜਿਹੜਾ ਮੌਜੂਦਾ ਪ੍ਰੋਵੀਜ਼ਨ ਹੈ ਉਹਦੇ 'ਚ ਮੈਕਸਿਮਮ ਜਿਹੜੀ ਪਨਿਸ਼ਮੈਂਟ ਹੈ ਉਹ 3 ਸਾਲ ਦੀ ਹੈ। ਦੂਸਰੀ ਗੱਲ, ਮੇਰਾ ਸਵਾਲ ਹੈ ਅਕਾਲੀ ਦਲ ਨੂੰ ਵੀ, ਬੀਜੇਪੀ ਨੂੰ ਵੀ ਔਰ ਕੈਪਟਨ ਸਾਹਿਬ ਨੂੰ ਵੀ, ਕਿਉਂਕਿ 3 ਸਾਲ ਦੀ ਹੈ। ਦੂਸਰੀ ਗੱਲ, ਮੇਰਾ ਸਵਾਲ ਹੈ ਅਕਾਲੀ ਦਲ ਨੂੰ ਵੀ, ਬੀਜੇਪੀ ਨੂੰ ਵੀ ਔਰ ਕੈਪਟਨ ਸਾਹਿਬ ਨੂੰ ਵੀ, ਕਿਉਂਕਿ 2018 ਚ ਪੰਜਾਬ ਦੀ ਵਿਧਾਨ ਸਭਾ ਨੇ ਇੱਕ ਬਿੱਲ ਪਾਸ ਕੀਤਾ ਸੀ ਧਾਰਮਿਕ ਭਾਵਨਾ ਨੂੰ ਲੈ ਕੇ ਜਿਹੜੇ ਕ੍ਰਾਈਮ ਹੈ ਉਹਨਾਂ ਦੀ ਸਜ਼ਾ ਜਿਹੜੀ ਹੈ ਐਨਹਾਂਸ ਹੋਣੀ ਚਾਹੀਦੀ ਹੈ, ਉਹ ਸਜ਼ਾ ਵੱਧ ਹੋਣੀ ਚਾਹੀਦੀ ਹੈ। 2018 ਚ ਹਾਲਾਂਕਿ ਅਕਾਲੀ ਦਲ ਬੀਜੇਪੀ ਦਾ ਭਾਈਵਾਲ ਸੀ ਤਾਂ ਵੀ ਉਸ ਪੰਜਾਬ ਅਸੈਂਬਲੀ ਦੇ ਬਿੱਲ ਨੂੰ ਮਨਜ਼ੂਰੀ ਨਹੀਂ ਮਿਲੀ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਨੇੜੇ ਗਏ ਤਾਂ ਵੀ ਜਿਹੜਾ ਆ ਪੰਜਾਬ ਦੇ ਇਸ ਬਿੱਲ ਨੂੰ ਮਨਜ਼ੂਰੀ ਨਹੀਂ ਮਿਲੀ। ਔਰ ਜਿਹੜੇ ਬੀਜੇਪੀ ਵਾਲੇ ਚੀਕਾਂ ਮਾਰ ਰਹੇ ਆ ਸਜ਼ਾ ਦੀ ਐਨਹਾਂਸਮੈਂਟ ਨੂੰ ਲੈ ਕੇ, ਮੇਰਾ ਉਹਨਾਂ ਨੂੰ ਸਵਾਲ ਹੈ ਕਿ ਪੰਜਾਬ ਦੀ ਅਸੈਂਬਲੀ ਚ 2018 ਨੂੰ ਪਾਸ ਕੀਤੇ ਗਏ ਬਿੱਲ ਨੂੰ ਹਜੇ ਤੱਕ ਕੇਂਦਰ ਦੀ ਬੀਜੇਪੀ ਸਰਕਾਰ ਨੇ ਅਪਰੂਵ ਕਿਉਂ ਨਹੀਂ ਕੀਤਾ?
ਕਿ ਤਾਂ ਕਿ ਸਜ਼ਾ ਵੱਧ ਦਿੱਤੀ ਜਾ ਸਕੇ। ਸੋ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰੋ, ਦੂਜਿਆਂ ਤੇ ਸਵਾਲ ਖੜੇ ਕਰਨ ਤੋਂ ਬਾਜ ਆਓ। ਔਰ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਬੜੀ ਸੰਜੀਦਗੀ ਨਾਲ ਸਾਰੇ ਬੇਅਦਬੀ ਦੇ ਕੇਸਾਂ ਨੂੰ ਲੜ ਰਹੀ ਹੈ ਔਰ ਹਰੇਕ ਮੁਜਰਮ ਨੂੰ ਜਿਹੜੀ ਆ ਬਣਦੀ ਸਜ਼ਾ ਦਵਾਈ ਵੀ ਜਾਊਗੀ, ਦਿੱਤੀ ਵੀ। ਦਰਅਸਲ ਮੋਗਾ ਦੇ ਪਿੰਡ ਮਲਕੇ ਦੇ ਵਿੱਚ ਹੋਈ ਬੇਅਦਬੀ ਮਾਮਲੇ ਦੇ ਵਿੱਚ 7 ਸਾਲ ਬਾਅਦ ਫੈਸਲਾ ਆਇਆ ਹੈ ਤੇ ਫੈਸਲਾ ਆਉਂਦਿਆਂ ਸਾਰੀ ਇਨਸਾਫ ਤੇ ਕ੍ਰੈਡਿਟ ਵਾਰ ਸ਼ੁਰੂ ਹੋ ਗਈ ਹੈ। ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ ਇਨਸਾਫ ਦੇ ਲਈ ਆਪੋ ਆਪਣੀ ਪਿੱਠ ਥਾਪੜ ਰਹੇ ਨੇ। ਇਹ ਰਿਪੋਰਟ। ਇਹ ਮਲਕੇ ਵਿਖੇ ਗੁਰੂ ਸਾਹਿਬ ਦੀ ਬੇਅਦਬੀ ਹੋਈ, ਇਹਦੀ ਇਨਵੈਸਟੀਗੇਸ਼ਨ ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕੋਲੇ ਰਹਿ ਗਈ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਉਸ ਵੇਲੇ ਹੋਮ ਮਿਨਿਸਟਰ ਸੀ। ਉਹਨਾਂ ਨੇ ਸਿੱਟ ਬਣਾਈ, ਉਸ ਸਿੱਟ ਨੇ ਸਾਰਾ ਐਵੀਡੈਂਸ ਕਲੈਕਟ ਕਰਕੇ, ਚਲਾਨ ਪੇਸ਼ ਕਰਕੇ, ਟ੍ਰਾਇਲ ਕਨਕਲੂਡ ਕਰਾ ਕੇ ਤੇ ਅੱਜ ਸਜ਼ਾਵਾਂ ਦਵਾਤੀਆਂ। ਮਿੱਠੂ ਸਿੰਘ ਮਾਨ ਇਹ 29/10/2018 ਨੂੰ ਅਰੈਸਟ ਹੋਇਆ। ਪ੍ਰਿਥਵੀ ਸਿੰਘ ਉਰਫ ਪਰੂਥੀ ਇਹ 1/11/2018 ਨੂੰ ਜਿਹਨਾਂ ਨੂੰ ਤਿੰਨਾਂ ਨੂੰ ਸਜ਼ਾ ਹੋਈ ਹੈ, ਇਹ ਉਦੋਂ ਅਰੈਸਟ ਕਰ ਲਏ ਗਏ ਸੀ ਤੇ ਇਹਦਾ ਜਿਹੜਾ ਚਲਾਨ ਸੀਗਾ ਇਹ ਉੱਥੇ ਕਰ ਦਿੱਤਾ ਸੀ। ਉਹਨੂੰ 27/12/2018 ਨੂੰ ਚਲਾਨ ਵੀ ਪੇਸ਼ ਕਰ ਦਿੱਤਾ ਗਿਆ ਸੀ ਤੇ ਚਾਰਜ ਫਰੇਮ ਜਿਹੜੇ ਹੋਏ ਸੀਗੇ ਉਹ ਜਾ ਕੇ 30/7/2019 ਨੂੰ ਚਾਰਜ ਫਰੇਮ ਹੋਏ। ਤੁਹਾਡੇ ਕੋਲੇ ਸਫੀਸ਼ੀਐਂਟ ਸਮਾਂ ਸੀਗਾ, ਤੁਸੀਂ ਆਪਣੇ ਸਮੇਂ ਦੇ ਦੌਰਾਨ ਇੱਕ ਵੀ ਫੈਸਲਾ ਨਹੀਂ ਕਰਾ ਸਕੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੁਹਾਡੇ ਰਾਜ ਹੋਈਆਂ ਸੀ, ਤੁਹਾਡੇ ਸਮੇਂ ਵਿੱਚ ਹੋਈਆਂ ਸੀ। ਇਹੀ ਕਾਰਨ ਹੈ ਕਿ ਤੁਸੀਂ ਆਪਣੇ ਆਪ ਨੂੰ ਬਚਾਉਣ ਦੇ ਲਈ ਕੋਈ ਵੀ ਕਾਰਵਾਈ ਸਮੇਂ ਸਿਰ ਨਹੀਂ ਕੀਤੀ ਔਰ ਮਾਨ ਸਾਹਿਬ ਨੇ ਸਮੇਂ ਸਿਰ ਕਾਰਵਾਈ ਕੀਤੀ ਆ। ਅੱਜ ਨਤੀਜਾ ਹੋਇਆ ਕਿ 4 ਮਹੀਨੇ ਦੇ ਵਿੱਚ ਰਿਜ਼ਲਟ ਪੰਜਾਬ ਦੇ ਲੋਕਾਂ ਦੇ ਸਾਹਮਣੇ। ਅਤੇ ਮਲਕੇ ਬੇਅਦਬੀ ਦਾ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਇੱਕ ਰਿਪੋਰਟ ਦੇ ਜ਼ਰੀਏ ਦਿਖਾਉਂਦੇ ਹਾਂ। ਮੋਗਾ ਦੇ ਬਾਗਾ ਪੁਰਾਣਾ ਦਾ ਪਿੰਡ ਮਲਕੇ, ਤਾਰੀਖ 4 ਨਵੰਬਰ 2015। ਜਿਸ ਦਿਨ ਪਿੰਡ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ 'ਚ ਖਿਲਰੇ ਮਿਲੇ, ਗੁਰੂ ਸਾਹਿਬ ਦੀ ਬੇਅਦਬੀ ਹੋਈ। ਮਾਮਲੇ 'ਚ SIT ਨੇ 5 ਲੋਕਾਂ ਨੂੰ ਨਾਮਜ਼ਦ ਕੀਤਾ ਅਤੇ ਹੁਣ 7 ਸਾਲ ਦੇ ਇੰਤਜ਼ਾਰ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਹੋਈ ਹੈ। ਮੋਗਾ ਅਦਾਲਤ ਨੇ 3 ਦੋਸ਼ੀਆਂ ਨੂੰ 3-3 ਸਾਲ ਦੀ ਸਜ਼ਾ ਦਿੱਤੀ ਹੈ। ਉਧਰ ਇਸ ਫੈਸਲੇ ਤੋਂ ਸ਼ਿਕਾਇਤਕਰਤਾ ਖੁਸ਼ ਨੇ, ਪਰ ਉਹਨਾਂ ਦੋਸ਼ੀਆਂ ਖਿਲਾਫ ਲਾਈ 295A ਦੀ ਧਾਰਾ ਨੂੰ 302 ਚ ਬਦਲਣ ਦੀ ਮੰਗ ਕੀਤੀ ਹੈ। ਮੈਂ ਜਿਹੜੀ 295A ਲਾਈ ਆ, ਜਿਹੜੀ ਵੀ ਕਿਸੇ ਵੀ ਧਰਮ ਦੀ ਕੋਈ ਬੇਅਦਬੀ ਕਰਦਾ ਹੈਗਾ ਉਹਦੇ ਵਾਸਤੇ ਇਹਨੂੰ 302 ਦੀ ਕਨਵਰਟ ਹੋਣੀ ਚਾਹੀਦੀ ਹੈ 295A ਦੀ ਜਗ੍ਹਾ ਤੇ। ਮਾਮਲੇ ਦੀ ਜਾਂਚ ਲਈ ਅਕਾਲੀ ਸਰਕਾਰ ਵੱਲੋਂ SIT ਬਣਾਈ ਗਈ ਸੀ। ਸਿੱਟ ਮੈਂਬਰ ਦਲਬੀਰ ਸਿੰਘ ਮੁਤਾਬਕ ਦੋਸ਼ੀ ਪ੍ਰਿਥਵੀ ਸਿੰਘ ਪੂਰੀ ਘਟਨਾ ਦਾ ਮਾਸਟਰਮਾਈਂਡ ਸੀ ਅਤੇ ਦੋਸ਼ੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਛੋਟੇ ਸਰੂਪ ਸੈਂਚੀ ਦੇ ਅੰਗ ਫੜੇ ਸਨ ਅਤੇ ਥਾਣਾ ਸਮਾਲਸਰ 'ਚ ਇਸ ਸੰਬੰਧੀ 79 ਨੰਬਰ FIR ਦਰਜ ਹੋਈ ਸੀ। ਮਲਕੇ ਵਿੱਚ 4/11/15 ਨੂੰ ਛੋਟੇ ਜਿਹੜੇ ਗ੍ਰੰਥ ਸਾਹਿਬ ਦੇ ਸਰੂਪ ਨੇ ਸੈਂਚੀ, ਉਹਦੇ ਕੁਝ ਅੰਗ ਪਾੜੇ ਹੋਏ ਮਿਲੇ ਸੀਗੇ। ਉਹਦੇ ਬੇਸ ਤੇ ਫਿਰ ਇਹ ਪਰਚਾ ਦਰਜ ਹੋਇਆ ਸੀ। 79 ਨੰਬਰ FIR ਸੀਗੀ ਥਾਣਾ ਸਮਾਲਸਰ ਦੀ। ਉਹ ਤਫਤੀਸ਼ ਹੋਈ, ਉਹਦੀ ਤਫਤੀਸ਼ ਤੋਂ ਬਾਅਦ ਇਹ ਦੋਸ਼ੀ ਲੱਭੇ ਸਾਰੇ, ਤਾਂ ਉਸ ਤੋਂ ਬਾਅਦ ਚਲਾਨ ਪੇਸ਼ ਹੋਇਆ ਸੀਗਾ ਤੇ ਅੱਜ ਮਤਲਬ ਕਿ ਫੈਸਲਾ ਆਇਆ ਹੈ। ਜਾਂਚ ਅਧਿਕਾਰੀ ਦਲਬੀਰ ਸਿੰਘ ਮੁਤਾਬਕ ਬਰਗਾੜੀ, ਗੁਰੂਸਰ ਅਤੇ ਮਲਕੇ ਦੀਆਂ ਬੇਅਦਬੀਆਂ ਇੱਕ ਸਾਜ਼ਿਸ਼ ਤਹਿਤ ਅਤੇ ਇੱਕ ਸੀਰੀਜ਼ 'ਚ ਕੀਤੀਆਂ ਗਈਆਂ, ਜਿਸ 'ਚ ਪ੍ਰਿਥਵੀ ਸਿੰਘ ਮੁੱਖ ਦੋਸ਼ੀ ਸੀ ਅਤੇ ਉਸ ਨੂੰ ਹੀ ਡੇਰੇ ਤੋਂ ਬੇਅਦਬੀ ਦਾ ਹੁਕਮ ਹੋਇਆ ਸੀ। ਜਾਂਚ ਕੀਤੀ, ਇਹਨਾਂ ਦੀ ਕਨਸਪੀਰੇਸੀ ਡੇਰੇ ਤੋਂ ਸੀਗੀ ਤੇ ਇਹਨਾਂ ਨੇ ਉਹਨਾਂ ਦੇ ਡੇਰੇ ਵਾਲਿਆਂ ਦੇ ਕਹਿਣ ਤੇ ਇਹ ਸਾਰਾ ਕੁਝ ਕੀਤਾ ਸੀਗਾ ਤੇ ਇੱਕ ਇਕੱਠੀ ਕਨਸਪੀਰੇਸੀ ਸੀ। ਬਰਗਾੜੀ ਕਾਂਡ ਹੋਇਆ ਪਹਿਲਾਂ, ਫਿਰ ਗੁਰੂਸਰ ਹੋਇਆ, ਭਗਤੇ ਹੋਇਆ ਤੇ ਉਸ ਤੋਂ ਬਾਅਦ ਇਹ ਤੀਸਰਾ ਉਸੇ ਦੀ ਕੜੀ 'ਚ ਇਹ ਸੀਗਾ ਸਾਰਾ। ਉਹ ਮੇਨ ਇਹਦਾ ਕਨਸਪੀਰੇਟਰ ਸੀਗਾ, ਉਹਨੂੰ ਡਾਇਰੈਕਸ਼ਨ ਮਿਲੀ ਸੀ ਡੇਰੇ ਤੋਂ ਤੇ ਉਹਨੇ ਫਿਰ ਐਕਚੁਅਲ ਜਿਹੜਾ ਸੈਂਚੀ ਲਿਜਾ ਕੇ ਮਿੱਠੂ ਮਾਨ ਤੇ ਅਮਰਦੀਪ ਨੂੰ ਦਿੱਤੀ ਸੀ। ਅਮਰਦੀਪ ਹੋਰਾਂ ਨੇ ਅੰਗ ਪਾੜ ਕੇ ਖਿਲਾਰੇ ਸੀ। ਇਸ ਪੂਰੇ ਮਾਮਲੇ ਤੇ SIT ਦੇ ਤਤਕਾਲੀ ਮੁਖੀ IPS ਰਣਬੀਰ ਖੱਟੜਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਹੈ ਕਿ 7 ਸਾਲ ਦੇ ਇੰਤਜ਼ਾਰ ਤੋਂ ਬਾਅਦ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਹ ਅਦਾਲਤ ਦੇ ਫੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨੇ। ਬਹੁਤ ਦੇਰ ਬਾਅਦ ਸਾਡੇ ਲਈ ਔਰ ਖਾਸ ਤੌਰ ਦੇ ਉੱਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪਿਆਰ ਕਰਦੇ ਹਾਂ, ਜਿਹੜੇ ਇਸ ਦੇ ਵਿੱਚ ਆਸਥਾ ਤੇ ਨਿਸ਼ਠਾ ਰੱਖਦੇ ਹਾਂ, ਬਹੁਤ ਲੰਬੇ ਸਮੇਂ ਜੱਦੋ-ਜਹਿਦ 7 ਸਾਲ ਜੀ ਬਾਅਦ 29 ਅਕਤੂਬਰ ਤੇ 1 ਨਵੰਬਰ ਨੂੰ
ਅਰੈਸਟਸ ਹੋਈਆਂ ਸੀ 2018 ਨੂੰ। ਅਸਲ 'ਚ ਇਹ ਪੂਰਾ ਮਾਮਲਾ 2015 ਦਾ ਹੈ, ਜਦੋਂ 1 ਜੂਨ ਨੂੰ ਬੁਰਜ ਜਵਾਰ ਸਿੰਘ ਵਾਲਾ 'ਚ ਪਹਿਲੀ ਬੇਅਦਬੀ ਹੋਈ। ਇਸ ਤੋਂ ਬਾਅਦ 4 ਨਵੰਬਰ 2015 ਨੂੰ ਮੋਗਾ ਦੇ ਪਿੰਡ ਮੱਲਕੇ 'ਚ ਵੀ ਬੇਅਦਬੀ ਦੀ ਘਟਨਾ ਵਾਪਰੀ। ਪਾਵਨ ਸਰੂਪ ਦੇ ਅੰਗ ਕਈ ਥਾਵਾਂ ਤੇ ਖਿਲਰੇ ਮਿਲੇ ਸੀ, ਜਿਸ ਤੋਂ ਬਾਅਦ ਅਕਾਲੀ ਸਰਕਾਰ ਨੇ ਜਾਂਚ ਲਈ ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ SIT ਦਾ ਗਠਨ ਕੀਤਾ ਸੀ। ਮੋਗਾ ਤੋਂ ਦੀਪਕ ਸਿੰਘਲਾ, ਨਿਊਜ਼ 18 ਪੰਜਾਬ। ਅੱਗੇ ਵਧਦੇ ਹਾਂ, ਗੱਲ ਕਰਾਂਗੇ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੀ, ਜਿਸ ਦਾ ਗਠਨ ਕੀਤਾ ਜਾਏਗਾ। ਦੱਸਦੇ ਕਿ ਲੋਕ ਮੁੱਦਿਆਂ ਤੇ ਸਲਾਹ ਲੈਣ ਦੇ ਲਈ ਉੱਚ ਪੱਧਰੀ ਕਮੇਟੀ ਬਣਾਈ ਜਾਏਗੀ ਔਰ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਸੋ ਕਮੇਟੀ ਨੂੰ ਲੈ ਕੇ ਸਰਕਾਰ ਦਾ ਦਾਅਵਾ ਹੈ ਕਿ ਪ੍ਰਸ਼ਾਸਕੀ ਰਫਤਾਰ ਵਧਾਉਣ ਦੇ ਲਈ ਕਮੇਟੀ ਦਾ ਗਠਨ ਹੋਏਗਾ ਔਰ ਕਮੇਟੀ ਦਾ ਇੱਕ ਚੇਅਰਮੈਨ ਤੇ ਬਾਕੀ ਜਿਹੜੇ ਨੇ ਉਹ ਮੈਂਬਰ ਹੋਣਗੇ। ਸੋ ਸਰਕਾਰ ਦਾ ਕਹਿਣਾ ਹੈ ਕਿ ਕਮੇਟੀ ਦੇ ਕਿਸੇ ਵੀ ਮੈਂਬਰ ਜਾਂ ਚੇਅਰਮੈਨ ਨੂੰ ਤਨਖਾਹ ਨਹੀਂ ਦਿੱਤੀ ਜਾਏਗੀ, ਯਾਨੀ ਕਿ ਕੋਈ ਵੀ ਖਾਸ ਇਸ ਦੇ ਲਈ ਜਿਹੜਾ ਸੈਲਰੀ ਦਾ ਪੈਕੇਜ ਹੈ ਉਹ ਨਹੀਂ ਅਲਾਉਡ ਹੋਏਗਾ। ਸੋ ਤਨਖਾਹ ਨਹੀਂ ਮਿਲੇਗੀ, ਪਰ ਸਿੱਧੇ ਤੌਰ ਤੇ ਸਲਾਹਕਾਰ ਕਮੇਟੀ ਬਣਾਈ ਜਾਏਗੀ ਜੋ ਲੋਕ ਮੁੱਦਿਆਂ ਤੇ ਸਲਾਹ ਲੈਣ ਦੇ ਲਈ ਉੱਚ ਪੱਧਰੀ ਕਮੇਟੀ ਹੋਏਗੀ। ਤਾਂ ਉਧਰ ਮੱਤੇਵਾੜਾ ਜੰਗਲ ਨੂੰ ਲੈ ਕੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਬਿਆਨ ਆਇਆ ਕਿ ਵਿਕਾਸ ਦੇ ਨਾਂ ਤੇ ਉਜੜਨ ਨਹੀਂ ਦਿਆਂਗੇ ਜੰਗਲ ਨੂੰ ਔਰ ਕੁਦਰਤ ਦਾ ਵਿਨਾਸ਼ ਕਰਕੇ ਕੋਈ ਤਰੱਕੀ ਨਹੀਂ ਕੀਤੀ ਜਾ ਸਕਦੀ ਔਰ ਸੀਐਮ ਮਾਨ ਦੇ ਨਾਲ ਇਸ ਦੇ ਬਾਬਤ ਗੱਲ ਵੀ ਕੀਤੀ ਜਾਏਗੀ। ਉਹਨਾਂ ਨੇ ਕਿਹਾ, ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਮੱਤੇਵਾੜਾ ਦੇ ਜੰਗਲਾਂ ਦੇ ਵਿੱਚ ਟੈਕਸਟਾਈਲ ਪਾਰਕ ਬਣਾਉਣ ਦੀ ਯੋਜਨਾ ਹੈ ਔਰ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੀ ਜਿਹੜੀਆਂ ਨੇ ਉਹ ਸਵਾਲ ਚੁੱਕ ਰਹੀਆਂ ਨੇ। ਸੋ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਦੇ ਲਈ 10 ਜੁਲਾਈ ਨੂੰ ਲੁਧਿਆਣਾ ਦੇ ਵਿੱਚ ਵੱਡਾ ਇਕੱਠ ਵੀ ਰੱਖਿਆ ਗਿਆ। ਵਾਤਾਵਰਣ ਪ੍ਰੇਮੀ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਇਹ ਇਕੱਠ ਜਿਹੜਾ ਉਹ ਕੀਤਾ ਜਾਵੇਗਾ। ਸੋ ਹੁਣ ਇਸ ਨੂੰ ਲੈ ਕੇ ਸੀਚੇਵਾਲ ਜੋ ਕਿ ਰਾਜ ਸਭਾ ਮੈਂਬਰ ਨੇ ਆਮ ਆਦਮੀ ਪਾਰਟੀ ਤੋਂ, ਉਹਨਾਂ ਦੇ ਵੱਲੋਂ ਵੀ ਆਵਾਜ਼ ਜਿਹੜੀ ਹੈ ਉਹ ਬੁਲੰਦ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਨਾਲ ਵਾਤਾਵਰਣ ਨੂੰ ਖਰਾਬ ਕਰਕੇ ਵਿਕਾਸ ਨਹੀਂ ਕਰ ਸਕਦੇ। तो नहीं उजड़ेगा मत्तेवाड़ा जंगल कह सकते हैं, क्योंकि जिस ਨੂੰ ਲੈ ਕੇ ਹੁਣ ਆਵਾਜ਼ ਜਿਹੜੀ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਚੁੱਕਦੇ ਹੋਏ ਨਜ਼ਰ ਆਏ ਨੇ। ਦੱਸਿए ਕਿ ਰਾਜ ਸਭਾ ਮੈਂਬਰ ਨੇ, ਉਹਨਾਂ ਦਾ ਕਹਿਣਾ ਕਿ ਸੀਐਮ ਭਗਵੰਤ ਮਾਨ ਦੇ ਨਾਲ ਵੀ ਉਹਨਾਂ ਦੇ ਵੱਲੋਂ ਇਸ ਦੇ ਬਾਬਤ ਗੱਲ ਕੀਤੀ ਜਾਵੇਗੀ, ਕਿਉਂਕਿ ਵਿਕਾਸ ਜਿਹੜਾ ਉਹ ਕੀਤਾ ਜਾਏਗਾ, ਯਾਨੀ ਕਿ ਇੱਕ ਪਲੈਨਿੰਗ ਹੋ ਰਹੀ ਹੈ ਮੱਤੇਵਾੜਾ ਜੰਗਲਾਂ ਨੂੰ ਲੈ ਕੇ ਅੱਗੇ ਵਾਸਤੇ ਜੋ ਕੰਮਕਾਰ ਕੀਤਾ ਜਾਣਾ। ਤਾਂ ਸੰਤ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਨੇ ਆਪਣੀ ਇੱਕ ਫੇਸਬੁੱਕ ਪੋਸਟ ਦੇ ਵਿੱਚ ਲਿਖਿਆ ਹੈ ਕਿ ਮੱਤੇਵਾੜਾ ਜੰਗਲ ਨਹੀਂ ਉਜੜੇਗਾ। ਫਿਲਹਾਲ ਫੈਸਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਹੈ। ਕੁਦਰਤ ਦਾ ਵਿਨਾਸ਼ ਕਰਕੇ ਕੋਈ ਵੀ ਤਰੱਕੀ ਨਹੀਂ ਕੀਤੀ ਜਾ ਸਕਦੀ। ਵਾਤਾਵਰਣ ਦੇ ਪੱਖੋਂ ਪੰਜਾਬ ਪਹਿਲਾਂ ਹੀ ਬਹੁਤ ਨਾਜ਼ੁਕ ਹਾਲਾਤਾਂ ਦੇ ਵਿੱਚ ਲੰਘ ਰਿਹਾ ਔਰ ਪੰਜਾਬ 'ਚ ਜੰਗਲਾਤ ਦਾ ਰਕਬਾ 40% ਹੁੰਦਾ ਸੀ। ਅੰਨ੍ਹੇਵਾਹ ਜੰਗਲਾਂ ਦੀ ਕੀਤੀ ਕਟਾਈ ਤੇ ਜ਼ਮੀਨਾਂ ਤੇ ਕਿਤੇ ਨਾਜਾਇਜ਼ ਕਬਜ਼ਿਆਂ ਦੇ ਕਾਰਨ ਸਾਡੇ ਕੋਲ ਜੰਗਲਾਂ ਹੇਠ ਰਕਬਾ ਸਿਰਫ 6% ਹੀ ਰਹਿ ਗਿਆ, ਜੋ ਕਿ ਪ੍ਰਤੀ ਵਿਅਕਤੀ 4 ਰੁੱਖ ਬਣਦੇ ਨੇ, ਜਦਕਿ 10 ਲੱਖ ਚਾਹੀਦੇ ਨੇ। ਔਰ ਮੱਤੇਵਾੜਾ ਦੇ ਜੰਗਲਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਲ ਗੱਲ ਕੀਤੀ ਜਾਏਗੀ, ਯਾਨੀ ਕਿ ਬੇहद ਸੰਜੀਦਗੀ ਦੇ ਨਾਲ ਇਹ ਜੋ ਹੈ ਫੇਸਬੁੱਕ ਤੇ ਪੋਸਟ ਪਾ ਕੇ ਉਹਨਾਂ ਦੇ ਵੱਲੋਂ ਫਿਕਰ ਜਤਾਈ ਗਈ ਹੈ। ਉਧਰ ਰਾਜਪੁਰਾ ਤੋਂ ਵੱਡੀ ਖਬਰ ਹੈ। ਰਾਜਪੁਰਾ ਦੇ ਵਿੱਚ ਬੇਖੌਫ ਲੁਟੇਰੇ ਨਜ਼ਰ ਆਏ ਨੇ। ਕੱਪੜਾ ਵਪਾਰੀ ਤੋਂ ਪੈਸਿਆਂ ਦੇ ਨਾਲ ਭਰਿਆ ਹੋਇਆ ਬੈਗ ਲੁੱਟਿਆ ਗਿਆ। 12,000 ਰੁਪਏ ਉਸ ਦੇ ਵਿੱਚ ਸੀਗੇ, ਜੋ ਲੁੱਟ ਕੇ ਫਰਾਰ ਹੋ ਗਏ ਨੇ। 2 ਨਕਾਬਪੋਸ਼ ਬਦਮਾਸ਼ਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੇਜ਼ਧਾਰ ਹਥਿਆਰਾਂ ਦੇ ਨਾਲ ਵੀ ਦੱਸਦੇ ਕਿ ਹਮਲਾ ਕੀਤਾ ਗਿਆ ਔਰ ਸੀਸੀਟੀਵੀ ਦੇ ਵਿੱਚ ਕੈਦ ਇਹ ਸਾਰੀ ਵਾਰਦਾਤ ਹੋ ਗਈ ਹੈ। ਰਾਜਪੁਰਾ ਤੋਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਬੇਖੌਫ ਜਿਹੜੇ ਲੁਟੇਰੇ ਨੇ ਉਹ ਹੋ ਚੁੱਕੇ ਨੇ। ਬੈਗ ਖੋਇਆ ਗਿਆ, ਕੱਪੜਾ ਵਪਾਰੀ ਤੋਂ ਪੈਸਿਆਂ ਦੇ ਨਾਲ ਭਰਿਆ ਬੈਗ ਇਹ ਲੁੱਟਿਆ ਗਿਆ। 12,000 ਰੁਪਏ ਉਸ ਤੋਂ ਲੁੱਟੇ ਗਏ ਨੇ ਔਰ ਆਖਿਰਕਾਰ ਦੱਸ ਦਈਏ ਕਿ ਤਸਵੀਰਾਂ ਸਾਫ਼ ਤੌਰ ਤੇ ਸਾਹਮਣੇ ਆ ਚੁੱਕੀ ਨੇ। ਮਨੋਜ ਨੇ ਫੋਨ ਲਾਈਨ ਤੇ ਸਾਡੇ ਨਾਲ, ਪੱਤਰਕਾਰ ਮਨੋਜ, ਕਿੱਥੋਂ ਦੀ ਘਟਨਾ ਕੀ ਕੁਝ ਜਾਣਕਾਰੀ ਹੈ? ਜੀ ਗੁਰਜੋਤ, ਮੈਂ ਦੱਸਦਾ ਕਿ ਇੱਕ ਕੈਲੀਵਰ ਮਾਰਕੀਟ ਹੈਗੀ ਹੈ, ਭੀੜ ਭਰਿਆ ਇਲਾਕਾ ਹੈਗਾ ਰਾਜਪੁਰਾ ਦਾ, ਤੇ ਉੱਥੇ ਇਹ ਦੇਰ ਸ਼ਾਮ ਦੀ ਘਟਨਾ ਹੈਗੀ ਹੈ ਜਦੋਂ ਲੁਧਿਆਣੇ ਦੇ ਜਿਹੜੇ ਵਪਾਰੀ ਸੀਗੇ ਉਹਨਾਂ ਦਾ ਇੱਥੇ ਆਉਣਾ ਹੋਇਆ ਤੇ ਉਹਨਾਂ ਨੇ ਜਦੋਂ ਇੱਥੇ ਆਪਣੀ ਮਾਰਕੀਟਿੰਗ ਕੀਤੀ, ਕੱਪੜੇ ਦੇ ਸੈਂਪਲ ਵਗੈਰਾ ਜਾਂ ਆਦਾਨ ਪ੍ਰਦਾਨ ਕੀਤਾ ਸਮਾਨ ਦਾ, ਤਾਂ ਉਸ ਤੋਂ ਬਾਅਦ ਜਦੋਂ ਆਪਣੀ ਗੱਡੀ 'ਚ ਬੈਠਣ ਲਈ ਜਾਣ ਲੱਗੇ, ਉਹਦੇ ਹੱਥ 'ਚ ਬੈਗ ਸੀ ਤੇ 2 ਨੌਜਵਾਨ ਆਉਂਦੇ ਨੇ ਜਿਨ੍ਹਾਂ ਨੇ ਆਉਣ ਸਾਰੇ ਇਹਨਾਂ ਦੇ ਉੱਪਰੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤੇ ਬੈਗ ਜਦੋਂ ਉਹਨੇ ਨਹੀਂ ਦਿੱਤਾ ਇਸ ਵਪਾਰੀ ਨੇ, ਤਾਂ ਉਹਨਾਂ ਨੇ ਇਹਦੇ ਉੱਪਰ ਤੇਜ਼ ਧਾਰ ਨਾਲ ਹਮਲਾ ਕਰ ਦਿੱਤਾ। ਇਸ ਖਿੱਚੋਤਾਣ ਦੇ ਵਿੱਚ ਉਹਦੇ ਸੱਟਾਂ ਲੱਗੀ, ਉਹ ਜ਼ਖਮੀ ਹੋ ਗਏ ਤੇ ਜਿਹੜੇ ਉਹ ਲੁਟੇਰੇ ਸੀਗੇ ਇਹਨਾਂ ਦਾ ਬੈਗ ਖੋ ਕੇ ਫਰਾਰ ਹੋ ਗਏ। ਹੁਣ ਜਿਹੜੀ ਜਾਣਕਾਰੀ ਮਿਲੀ ਇਹੀ ਹੈ ਕਿ ਪੁਲਿਸ ਨੇ ਦੱਸਿਆ ਕਿ 12,000 ਰੁਪਇਆ ਸੀ ਤੇ ਕਈ ਚੈੱਕ ਸੀਗੇ, ਕਿਉਂਕਿ ਕੱਪੜਾ
ਵਪਾਰੀ ਨੇਗੇ ਤੇ ਇਸ ਕਰਕੇ ਉਹ ਜਿਹੜੀ ਉਗਰਾਹੀ ਸੀਗੀ ਉਸ ਤਰੀਕੇ ਨਾਲ ਇਹਨਾਂ ਦੀ ਰੇਕੀ ਕੀਤੀ ਹੋਊਗੀ ਕਿ ਇਸ ਤਰ੍ਹਾਂ ਵਪਾਰੀ ਹੁੰਦਾ ਤੇ ਜ਼ਿਆਦਾ ਪੈਸੇ ਹੋਣੇ ਨੇ, ਪਰ 12,000 ਰੁਪਏ ਦੇ ਕਈ ਟੈਕਸੀ ਜਿਹੜੇ ਲੈ ਕੇ ਗੁਰਜੋਤ ਤੋਂ ਫਰਾਰ ਹੋ ਗਏ। ਜੀ ਦੂਜੀ ਠੀਕ ਹੈ ਮਨੋਜ ਗੱਲ ਜੀ। ਦੱਸਦੇ ਹਾਂ ਕਿ ਕੁਝ ਹੀ ਘੰਟਿਆਂ ਦੇ ਵਿੱਚ ਰਾਜਪੁਰਾ ਇਲਾਕੇ 'ਚ ਦੂਜੀ ਘਟਨਾ ਹੈਗੀ। ਇਸ ਤੋਂ ਪਹਿਲਾਂ ਕੱਲ ਸਵੇਰੇ ਇੱਕ ਸਕੂਲੀ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ 8 ਸਾਲ ਦੇ ਨੂੰ, ਤੇ ਉਸ ਨੂੰ ਵੀ 3 ਜਾਂ 4 ਘੰਟੇ ਮਗਰੋਂ ਬੇਸ਼ੱਕ ਪੁਲਿਸ ਨੇ ਬਰਾਮਦ ਕਰ ਲਿਆ ਹੈਗਾ ਜਾਂ ਅਗਵਾ ਕਰ ਛੱਡ ਗਏ ਨੇ। ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈਗਾ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਰਾਜਪੁਰਾ ਦੇ ਵਿੱਚ ਲਗਾਤਾਰ ਇਹ ਜਿਹੜੀਆਂ ਘਟਨਾਵਾਂ ਨੇ ਵਾਪਰ ਰਹੀਆਂ ਨੇ ਤੇ ਇਹਦੇ ਕਰਕੇ ਲੋਕਾਂ ਦੇ ਵਿੱਚ ਜਿੱਥੇ ਖੌਫ ਹੈ ਉੱਥੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਵੀ ਸਵਾਲ ਖੜੇ ਹੋ ਰਹੇ ਨੇ। ਜੀ ਠੀਕ ਹੈ ਮਨੋਜ, ਧੰਨਵਾਦ ਹੈ तमाम ਜਾਣਕਾਰੀ ਦੇ ਲਈ, ਸ਼ੁਕਰੀਆ। ਸੋ ਸਿੱਧੇ ਤੌਰ ਤੇ ਇਹ ਘਟਨਾ ਜਿਹੜੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ।